गुड मॉर्निंग। सलाम सबको, मसीह के नाम में सलाम। तो दोस्तों, आज हम आपको सिस्टर वीना के ज़ुबानी आपको एक स्टोरी आज सिस्टर वीना बताएंगे। तो उसका आगाज़ ऐसा है कि है तो वो स्टोरी है, पर जो उसका जो एंड और जो उसका एक तमसील जो जाती है वो जाती है कि जो लोग कहते हैं कि बाइबल बदल गई है, और चाहे आप उनसे जितनी भी बहस करें, उनको जितना भी समझाएं, पर वो नहीं समझते, क्योंकि जो उन्होंने वर्ड यूज़ किया वो मूर्ख है। मूर्ख जो इंडिया की ज़ुबान है। हमारी सिस्टर वीना तो है ब्रिटिश और है इंडियन, बट वो काफ़ी लैंग्वेज जानते हैं, और वो एक रेडियो सनराइज़ रेडियो है, उसको भी रन करते हैं, एक और रेडियो को भी। और उनसे मेरी होती रहती है बाइबल पे काफ़ी टॉपिक पे बात। तो उन्होंने ये एक स्टोरी शेयर की, फिर वो आपने देखा होगा हमारे चैनल पे वो ज़बूर भी पढ़ती हैं और बाइबल की तमसील और मुख्तलिफ़ चीज़ें। तो ये सिस्टर वीना वो हैं जो लंदन में मेरी सबसे पहली बहन थी, हमारी सिस्टर मसीह में सब बहन भाई। उसके बाद हमारे लीडर अंकल जॉन सेकंड पर्सन, उसके बाद फिर सेंट जॉन के जो भी मेंबर हैं, खादम हैं, उनके साथ हुई। तो चलें ये सुने तमसील सिर्फ सिस्टर वीना के ज़ुबानी। और दूसरा ये कि हमारे चैनल को आप सब्सक्राइब करें और शेयर किया करें। शेयर करने से देखें आपने तो इससे बरकत पाई है, और जो दूसरे लोग हैं वो भी इससे बरकत पाएँ। तो प्लीज़ इसे शेयर करें, सब्सक्राइब करें। तो चलें मिलते हैं और स्टोरी में देखें आप। ਸਾਰੇ ਦੋਸਤਾਂ ਨੂੰ ਅੱਜ ਜੈ ਮਸੀਹ ਦੀ ਕਹਿੰਦੇ ਆ ਤੇ ਛੋਟੀ ਜਿਹੀ ਆਪਾਂ ਅੱਜ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਦੇ ਆ। ਜਿਹੜੇ ਮੂਰਖ ਲੋਕ ਆ, ਜਿੱਦੀ ਲੋਕ ਆ, ਢੀਠ ਲੋਕ ਆ, ਤੇ ਕਈ ਦਫਾ ਤੁਸੀਂ ਗੱਲ ਕਰਦੇ ਆ ਤੇ ਪਰ ਉਹ ਸੁਣਨਾ ਨਹੀਂ ਪਸੰਦ ਕਰਦੇ। ਤੇ ਅੱਜ ਆਪਾਂ ਛੋਟੀ ਜਿਹੀ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਦੇ। ਇੱਕ ਵਾਰੀ ਦੀ ਗੱਲ ਹੈ, ਜੰਗਲ ਦੇ ਵਿੱਚ ਗਧੇ ਤੇ ਘੋੜੇ ਦੀ ਬਹਿਸ ਹੋ ਗਈ। ਤੇ ਗਧਾ ਕਹਿੰਦਾ ਘਾਹ ਕਾਲਾ ਤੇ ਘੋੜਾ ਕਹਿੰਦਾ ਘਾਹ ਹਰਾ ਆ। ਤੇ ਗਧੇ ਤੇ ਘੋੜੇ ਵਿੱਚ ਬੜਾ ਵੱਡਾ ਯੁੱਧ ਤੁਰ ਪਿਆ। ਤੇ ਗਧਾ ਫਿਰ ਵੀ ਕਹਿੰਦਾ ਘਾਹ ਕਾਲਾ ਹੈ ਤੇ ਘੋੜਾ ਕਹਿੰਦਾ ਹਰਾ ਹੈ। ਉਹਨਾਂ ਵਿੱਚ ਬੜੀ ਵੱਡੀ ਬਹਿਸ ਚੱਲੀ। ਉਹਨਾਂ ਵਿੱਚ ਹੌਲੀ ਹੌਲੀ ਜਿਹੜਾ ਮੁਕੱਦਮਾ ਸੀ ਸ਼ੇਰ ਕੋਲ ਪਹੁੰਚ ਗਿਆ, ਤੇ ਸ਼ੇਰ ਨੇ ਉਹਨਾਂ ਦੋਨਾਂ ਨੂੰ ਬਿਠਾਇਆ ਤੇ ਜੰਗਲ ਦੇ ਸਾਰੇ ਪਸ਼ੂ ਪੰਛੀ ਵੀ ਇਕੱਠੇ ਹੋਏ, ਤੇ ਗਧੇ ਤੇ ਘੋੜੇ ਦੀ ਬੜੀ ਵੱਡੀ ਯੁੱਧ ਚੱਲੀ। ਸ਼ੇਰ ਪੁੱਛਣ ਲੱਗਾ ਕਿ ਤੁਹਾਡੀ ਯੁੱਧ ਦਾ ਕੀ ਵਜ੍ਹਾ ਹੈ, ਕੀ ਕਾਰਨ ਆ। ਤੇ ਗਧਾ ਤੇ ਘੋੜਾ ਦੋਨੇ ਇੱਕ ਦੂਸਰੇ ਵੱਲ ਦੇਖਣ ਲੱਗੇ, ਤੇ ਸ਼ੇਰ ਨੇ ਚੁੱਕ ਕੇ ਘੋੜੇ ਨੂੰ ਸਜ਼ਾ ਦੇ ਦਿੱਤੀ। ਤੇ ਗਧਾ ਆਪਣੇ ਸਟਾਈਲ ਵਿੱਚ ਹੱਸਣ ਲੱਗ ਪਿਆ। ਤੇ ਉੱਥੇ ਜਿਹੜੇ ਸਾਰੇ ਜਾਨਵਰ ਬੈਠੇ ਸੀ ਸ਼ੇਰ ਦੇ ਆਲੇ ਦੁਆਲੇ, ਤੇ ਸ਼ੇਰ ਨੂੰ ਗੁੱਸੇ ਹੋਏ। ਉਹ ਜਾਨਵਰ ਕਹਿਣ ਲੱਗੇ ਬਈ ਬੈਂਸ ਤੇ ਗਧੇ ਤੇ ਘੋੜੇ ਦੀ ਸੀ, ਤੇ ਗਧਾ ਘਾਹ ਕਹਿੰਦਾ ਕਾਲਾ ਆ ਤੇ ਘੋੜਾ ਕਹਿੰਦਾ ਹਰਾ ਆ, ਤੇ ਜਦੋਂ ਕਿ ਘਾਹ ਹਰਾ ਹੀ ਹੁੰਦਾ ਆ, ਤੇ ਸਜ਼ਾ ਤੁਸੀਂ ਘੋੜੇ ਨੂੰ ਕਿਉਂ ਦਿੱਤੀ, ਸ਼ੇਰ ਨੂੰ ਕਹਿਣ ਲੱਗਾ। ਤੇ ਸ਼ੇਰ ਹੱਸਣ ਲੱਗ ਪਿਆ। ਤੇ ਜਾਨਵਰ ਕਹਿੰਦੇ ਸਜ਼ਾ ਘੋੜੇ ਨੂੰ ਕਿਉਂ? ਸ਼ੇਰ ਕਹਿੰਦਾ ਸਜ਼ਾ ਇਹਨੂੰ ਇਸ ਲਈ ਦਿੱਤੀ ਹੈ ਕਿ ਉਸਨੂੰ ਇਹ ਨਹੀਂ ਪਤਾ ਕਿ ਉਹ ਗਧਾ ਆ। ਬੜੇ ਲੋਕ ਤੁਹਾਡੇ ਨਾਲ ਬੈਂਸਣਗੇ, ਕੋਈ ਪਵਿੱਤਰ ਆਤਮਾ ਨਹੀਂ ਹੈਗੀ, ਕੋਈ ਯਿਸੂ ਮਸੀਹ ਨਹੀਂ ਹੈਗਾ, ਕੋਈ ਚਮਤਕਾਰ ਨਹੀਂ ਹੈਗਾ। ਉਹ ਵੱਖ-ਵੱਖ ਤਰੀਕਿਆਂ ਨਾਲ ਦੋਸਤੋ ਤੁਹਾਡੇ ਨਾਲ ਬੈਂਸਣਗੇ, ਪਰ ਤੁਸੀਂ ਆਪਣੇ ਦਿਮਾਗ, ਆਪਣੇ ਦਿਲ ਤੇ ਇਹ ਗੱਲ ਰੱਖਣੀ ਕਿ ਕਿਸੇ ਨਾਲ ਫਾਲਤੂ ਬੈਂਸਣ ਦੀ ਲੋੜ ਹੀ ਨਹੀਂ ਸਾਨੂੰ। ਸਾਰਿਆਂ ਨੂੰ ਅੱਜ ਜੈ ਮਸੀਹ ਦੀ। ਖੁਦਾ ਬਾਪ ਤੁਹਾਨੂੰ ਆਪਣੀ ਬਰਕਤ ਦੇਵੇ, ਖੁਸ਼ੀਆਂ ਦੇਵੇ, ਆਸ਼ੀਸ਼ ਦੇਵੇ। ਖੁਦਾ ਦੇ ਲੋਕੋ, ਤੁਸੀਂ ਆਪਣੇ ਨਾਲ ਦੇ ਨੂੰ ਕਹੋ ਅੱਜ ਦਾ ਕਲਾਮ ਤੁਹਾਡੇ ਲਈ ਇਹ ਬਹੁਤ ਬਰਕਤ ਦੀ ਬਾਇਸ ਹੈ। ਤੇ ਧਿਆਨ ਨਾਲ ਸੁਣੋ ਕਿ ਇਹ ਸਟੋਰੀ ਦੇ ਸੱਚਮੁੱਚ, ਕਿਉਂਕਿ ਆਪਾਂ ਜਿਹੜਾ ਇੱਕ ਸ਼ਮਨ ਨਾਂ ਦਾ ਬੰਦਾ ਸੀਗਾ, ਤੇ ਉਹ ਆਪਣੇ ਜਾਦੂ ਕਰਕੇ ਲੋਕਾਂ ਵੱਲ ਨੂੰ ਆਪਣੇ ਵੱਲੋਂ ਖਿੱਚਦਾ ਸੀਗਾ। ਤੇ ਅਸੀਂ ਕੀ ਕਰਦੇ ਹਾਂ, ਅਸੀਂ ਕਈ ਦਫਾ ਜਿੱਦ ਕਰ ਲੈਂਦੇ। ਉਸ ਨਗਰ ਦੇ ਵਿੱਚ ਜਿਹੜਾ ਜਾਦੂਗਰ ਸੀਗਾ, ਬੱਚੇ ਦੀ ਜ਼ੁਬਾਨ ਤੇ ਉਹਦਾ ਸ਼ਮਨ ਦਾ ਨਾਂ ਸੀ। ਬਹੁਤ ਸਾਰੇ ਲੋਕ ਉਹਦੇ دیਵਾਨੇ ਹੋ ਗਏ। ਬੱਚਾ ਉਹਦਾ ਜ਼ਿਕਰ ਕਰਦਾ ਰਹਿੰਦਾ ਸੀ। ਉਹਨਾਂ ਦੇ ਧਿਆਨ ਦੇ ਵਿੱਚ ਇੱਕ ਹੀ
ਨਾਂ ਸੀਗਾ ਸ਼ਮਨ, ਦਿਲ ਦਿਮਾਗ ਤੇ ਸ਼ਮਨ ਦਾ ਨਾਂ। ਇੱਕ ਜਾਦੂਗਰ ਸੀ, ਕੰਮ ਉਹਦਾ ਕੀ ਸੀ? ਜਾਦੂਗਰ। ਤੇ ਨਾਲ ਉਹਨੂੰ ਕਿਹਦੇ ਕੰਪੇਅਰ ਕਰਦੇ ਸੀ? ਪਰਮੇਸ਼ਰ ਦੇ, ਖੁਦਾ ਦੇ। ਤੇ ਉਸ ਇੱਕ ਬੰਦੇ ਸ਼ਮਨ ਦੀ ਇੰਨੀ ਕੁ ਪਬਲਿਸਿਟੀ ਉਸ ਨਗਰ ਵਿੱਚ ਹੋਈ ਕਿ ਕੋਈ ਹਰ ਕੋਈ ਉਹਦੇ ਗੁਣ ਗਾਉਂਦਾ ਸੀਗਾ। ਤੇ ਲੋਕਾਂ ਨੂੰ ਕਹਿਣ ਲੱਗਾ ਭਈ ਕਿ ਇੰਨੀ ਵੱਡੀ ਇੱਕ ਸ਼ਕਤੀ ਹੈ, ਜਿਹੜੀ ਮਹਾਸ਼ਕਤੀ ਹੈ, ਜਿਹੜਾ ਸ਼ਮਨ ਸੀਗਾ। ਪਰ ਲੋਕੋ, ਪਰਮੇਸ਼ਵਰ ਦੀ ਖੁਦਾ ਤੋਂ ਵੱਡੀ ਤਾਂ ਕੋਈ ਸ਼ਕਤੀ ਹੈ ਨਹੀਂ ਆ। ਤੇ ਇਹ ਕਲਾਮ ਜਿਹੜਾ ਲਿਖਿਆ ਹੋਇਆ ਹੈ, ਤੁਸੀਂ ਪੜ੍ਹ ਵੀ ਸਕਦੇ ਹੋ ਸ਼ਮਨ ਦੇ ਬਾਰੇ, ਜਿਹੜਾ ਕਿ ਆਪਾਂ ਦੱਸਿਆ ਹੈਗਾ ਆ ਕਿ ਬਾਈਬਲ ਦੇ ਵਿੱਚ ਰਸੂਲਾਂ ਦੇ ਕਰਤੱਵ ਉਹਦੀ 8ਵਾਂ ਚੈਪਟਰ ਤੇ ਵਰਸ 9 ਤੋਂ ਲੈ ਕੇ 12 ਤੱਕ ਸ਼ਮਨ ਦਾ ਕੰਮ ਪੜ੍ਹ ਸਕਦੇ ਕਿ ਉਹ ਇੱਕ ਜਾਦੂਗਰ ਸੀਗਾ ਤੇ ਜਾਦੂ ਕਰਕੇ ਉਹ ਬਹੁਤ ਸਾਰੇ ਲੋਕਾਂ ਨੂੰ ਉੱਥੇ ਹੈਰਾਨ ਕਰਦਾ ਸੀ ਤੇ ਆਪਣੇ ਆਪ ਨੂੰ ਉਹ ਪਰਮੇਸ਼ਵਰ ਦੇ ਨਾਲ ਮਿਲਾਉਂਦਾ ਸੀਗਾ। ਤੇ ਦੋਸਤੋ, ਸਾਡਾ ਕੰਮ ਨਹੀਂ ਆ ਕਿਸੇ ਨਾਲ ਉਹਨੂੰ ਵੀ ਮਿਲਾਉਣਾ, ਕਿਉਂਕਿ ਸਾਡਾ ਖੁਦਾ ਤੇ ਇੱਕ ਇਕੱਲਾ ਹੀ ਆ। He is the only one who knows the world, who have the keys in his hand. ਉਹਦੇ ਸਾਡੇ ਖੁਦਾ ਕੋਲ ਉਹ ਚਾਬੀਆਂ ਆ ਜਿਹੜੀਆਂ ਉਹ ਹੋਰ ਕਿਸੇ ਦੇ ਕੋਲ ਨਹੀਂ ਆ, ਕਿਸੇ ਜਾਦੂ ਕੋਲ ਨਹੀਂ ਆ, ਕਿਸੇ ਵੀ ਹੋਰ ਕਿਸੇ ਕੋਲ ਦੁਨੀਆ 'ਚ ਜਿੰਨੇ ਵੀ ਹੈਗੇ ਆ ਕਿਸੇ ਕੋਲ ਨਹੀਂ। ਪਰ ਸਾਡੇ ਜ਼ਿੰਦਾ ਖੁਦਾ ਕੋਲ ਚਾਬੀਆਂ ਆ, ਜ਼ਮੀਨ ਦੀਆਂ ਤੇ ਅਸਮਾਨ ਦੀਆਂ। ਤੇ ਦੋਸਤੋ, ਸਾਡੀ ਦੁਆ ਹੋਣੀ ਚਾਹੀਦੀ ਇੱਕ ਦੂਸਰੇ ਲਈ ਕਿ ਜਿੰਨੇ ਵੀ ਦੂਸਰੇ ਲੋਕ ਇਸ ਦੁਨੀਆ ਦੇ ਵਿੱਚ ਭਟਕੇ ਹੋਏ ਆ, ਸੱਚਮੁੱਚ ਇਹ ਜਿਹੜਾ ਕਲਾਮ, ਇਹ ਜਿਹੜੀ ਸਟੋਰੀ ਉਹਨਾਂ ਲੋਕਾਂ ਤੱਕ ਜਾਵੇ, ਪਹੁੰਚੇ, ਤਾਂ ਕਿ ਉਹ ਜਾਣ ਸਕਣ ਕਿ ਯਿਸੂ ਮਸੀਹ ਜ਼ਿੰਦਾ ਖੁਦਾ ਆ। ਥੈਂਕ ਯੂ ਜੀਸਸ। ਆਮੀਨ।